ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਪੱਤਰਕਾਰਿਤਾ ਕਿੰਨੀ ਕੁ ਔਖੀ ਜਾਂ ਸੌਖੀ ਜਾਂ ਕੀ ਬਦਲਾਅ ਨਜ਼ਰ ਆਏ? ਤੇ ਉੱਥੇ ਜਿਹੜੇ ਥੋੜੇ ਬਹੁਤੇ ਪੱਤਰਕਾਰ ਚੰਗਾ ਕੰਮ ਕਰਨਾ ਚਾਹੁੰਦੇ ਹੈਗੇ ਉਹ ਕੰਮ ਤੇ ਰੋਕ ਆ ਗਿਆ ਹੈਗਾ। ਇਹ ਜਿਹੜੇ ਹੱਥਕੰਡੇ ਹੈਗੇ ਆ, ਸਰਕਾਰ ਪੁਲਿਸ ਨੂੰ ਵਰਤਣਾ, ਏਜੰਸੀਜ਼ ਨੂੰ ਵਰਤਣਾ, ਇਨਕਮ ਟੈਕਸ ਨੂੰ ਵਰਤਣਾ, ਇਹ ਸਾਰਿਆਂ ਨੂੰ ਲੈ ਕੇ ਜਿਹੜੇ ਥੋੜੇ ਬਹੁਤੇ ਇੰਡੀਪੈਂਡੈਂਟ ਰਹਿ ਜਾਂਦੇ ਹੈਗੇ ਉਹਨਾਂ ਤੇ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਹੈ। ਉਹ ਪੈਗਾਸਸ ਜਿਹੜਾ ਇੰਸਟਾਲ ਕੀਤਾ ਗਿਆ ਹੈ ਫੋਨ 'ਚ, ਕਿਸ ਨੇ ਕੀਤਾ ਹੈਗਾ? ਇਹੋ ਜਿਹੀ ਸਰਵੇਲੈਂਸ ਤੇ ਏਜੰਸੀਜ਼ ਦੇ ਹੱਥੋਂ ਹੀ ਹੁੰਦੀ ਹੈਗੀ ਨਾ, ਕਿਉਂਕਿ ਸਾਡਾ ਕੰਮ ਹੈਗਾ ਕਿ ਇਹਨਾਂ ਨੂੰ ਸਵਾਲ ਪੁੱਛਦੇ ਰਹਿਣਾ ਹੈਗਾ, ਉਹ ਕਰਦੇ ਰਹਾਂਗੇ ਜਿੱਥੇ ਪੋਸੀਬਲ ਹੈ। ਲੇਬਲ ਲਾਤਾ ਹੈਗਾ ਕਿ ਜਿਹੜਾ ਜਰਨਲਿਸਟ ਸਹੀ ਮਾਨੇ ਤੇ ਆਪਣਾ ਕੰਮ ਕਰੇ ਤਾਂ ਉਹ ਕੰਮ ਕਰਕੇ ਹੀ ਐਂਟੀ ਨੈਸ਼ਨਲ ਹੋ ਜਾਂਦਾ ਹੈਗਾ। ਜਰਨਲਿਜ਼ਮ ਕਰਨਾ ਹੀ ਇਸ ਸਰਕਾਰ ਦੇ ਹਿਸਾਬ ਨਾਲ ਐਂਟੀ ਨੈਸ਼ਨਲ ਕੰਮ ਹੈਗਾ। ਇਹਨਾਂ ਦੀ ਕੋਸ਼ਿਸ਼ ਇਹੀ ਹੈ ਡਰਾ ਧਮਕਾ ਕੇ ਕਿ ਲੋਕਾਂ ਨੂੰ ਕੰਮ ਕਰਨ ਤੋਂ ਰੋਕਿਆ ਜਾਵੇ। ਤਾਂ ਪੰਜਾਬ 'ਚ ਇਸ ਵਾਰੀ ਜੋ ਵੀ ਵੋਟ ਪਾਊਗਾ ਮਜਬੂਰੀ 'ਚ ਪਾਊਗਾ ਕਿ ਬਾਕੀ ਠੀਕ ਨਹੀਂ ਲੱਗਦੇ, ਚਲੋ ਇਹਨੂੰ ਟਰਾਈ ਕਰ ਲੈਂਦੇ ਹੈਗੇ। 2 ਮਹੀਨੇ ਪਹਿਲਾਂ ਤੱਕ ਸੀਗੀ ਕਿ ਸਿੱਧੂ ਕੋਈ ਨਵੀਂ ਚੀਜ਼ਾਂ ਲੈ ਕੇ ਆ ਰਿਹਾ, ਉਹ ਇੰਨੀ ਛੇਤੀ ਇੰਨੇ ਫਜ਼ੂਲ ਜਿਹੇ ਕੰਮਾਂ 'ਚ ਉਹ ਹੋਪ ਅਗਰ ਵੇਸਟ ਕੀਤੀ ਹੈਗੀ ਹੈ ਤੇ ਸਿੱਧੂ ਨੂੰ ਆਪ ਵੀ ਸੋਚਣਾ ਚਾਹੀਦਾ ਹੈਗਾ ਕਿ ਗਲਤੀ ਇਹਦੇ 'ਚ ਹਾਈ ਕਮਾਂਡ ਦੀ ਹੈਗੀ ਕਿ ਕਲੈਰਿਟੀ ਹੋਣੀ ਚਾਹੀਦੀ ਸੀ ਤੁਸੀਂ ਕਰ ਕੀ ਰਹੇ ਹੋ ਪਾਰਟੀ 'ਚ। ਜਿਹੜੀ ਗੱਲ ਦਾ ਕੋਈ ਉਹ ਤੁਕੀ ਨਹੀਂ ਬਣਦਾ ਹੈਗਾ, ਉਹ ਕਹਿਣ ਦਾ ਕੀ ਫਾਇਦਾ ਹੈਗਾ? ਅਗਰ ਹਾਈ ਕਮਾਂਡ ਨਾਲ ਸਿੱਧੂ ਲੜਨਾ ਹੀ ਚਾਹੁੰਦਾ ਹੈਗਾ ਤੇ ਫਿਰ ਕਾਂਗਰਸ ਕੀ ਕਰ ਰਿਹਾ ਹੈਗਾ? ਤੇ ਇਹਨਾਂ ਤੋਂ ਦੇਖ ਕੇ ਬੈਠ ਕੇ ਹੀ ਲੱਗਦਾ ਤਮਾਸ਼ਾ ਚੱਲ ਰਿਹਾ, ਵੇਖੀ ਜਾਈਏ, ਹੱਸ ਲਈਏ ਥੋੜੀ ਦੇਰ, ਬਟ ਮਸਲਾ ਸੀਰੀਅਸ ਹੈਗਾ ਤੇ ਜਿਸ ਕੰਮ ਲਈ ਇਹ ਲੜ ਰਹੇ ਹੈਗੇ ਆ, ਲੱਗਦਾ ਨਹੀਂ ਕਿ ਇਹਨਾਂ 'ਚ ਕੋਈ ਵੀ ਸੂਟਡ ਹੈਗਾ ਉਹ ਕੰਮ ਸਾਂਭਣ ਨੂੰ। ਲੱਗਦਾ ਆਪ ਨੂੰ ਜਿੰਨਾ ਨੁਕਸਾਨ ਹੋਣਾ ਸੀਗਾ ਉਹ ਤੇ ਪਹਿਲਾਂ ਹੀ ਹੋ ਚੁੱਕਿਆ ਹੈਗਾ। ਆਪ ਦਾ ਕਿੰਨੀ ਖੋਲਡ ਰਹਿ ਗਈ ਹੈ ਪੰਜਾਬ 'ਚ, ਉਹਨਾਂ ਨੇ ਤੇ 4 ਸਾਲ ਦਾ ਨੁਕਸਾਨ ਕੀਤਾ ਹੈ। ਜਿਸ ਕਲਮ ਨੇ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਧ ਭੂਮਿਕਾ ਨਿਭਾਈ ਹੈ, ਉਹ ਅੱਜ ਆਪਣੀ ਆਜ਼ਾਦੀ ਲਈ ਲੜਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਅੱਜ ਦੇ ਇਸ ਦੌਰ ਦੇ ਵਿੱਚ ਪੱਤਰਕਾਰਿਤਾ ਬਹੁਤ ਔਖੀ ਹੋ ਗਈ ਹੈ। ਇਸ ਦੌਰ ਦੇ ਵਿੱਚ ਪੱਤਰਕਾਰਾਂ ਨੂੰ ਤੇ ਸ਼ਿਕੰਜੇ ਕੱਸਣ ਦੀ ਕੋਸ਼ਿਸ਼ ਹੋ ਰਹੀ ਹੈ, ਔਰ ਇਹਨਾਂ तमाम ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਕਾਰਵਾ ਮੈਗਜ਼ੀਨ ਦੇ ਪੋਲੀਟੀਕਲ ਐਡੀਟਰ ਹਰਿਤੋਜ ਸਿੰਘ ਬਲ ਜੀ ਸਾਡੇ ਨਾਲ ਮੌਜੂਦ ਨੇ। ਬਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬੀ। ਕਿਸ ਤਰ੍ਹਾਂ ਦੇਖਿਆ ਜਾਵੇ, ਲੰਬਾ ਸਮਾਂ ਹੋ ਗਿਆ ਤੁਹਾਨੂੰ ਦਿੱਲੀ ਦੇ ਵਿੱਚ ਵੀ ਔਰ ਪੱਤਰਕਾਰਿਤਾ ਕਰਦਿਆਂ ਨੂੰ, ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਪੱਤਰਕਾਰਿਤਾ ਕਿੰਨੀ ਕੁ ਔਖੀ ਜਾਂ ਸੌਖੀ ਜਾਂ ਕੀ ਬਦਲਾਅ ਨਜ਼ਰ ਆਏ ਤੁਹਾਨੂੰ? ਦੇਖੋ, ਇਹਦੇ 2 ਚੀਜ਼ਾਂ ਹੈਗੀਆਂ। ਪੱਤਰਕਾਰਿਤਾ ਤੇ ਪ੍ਰੈਸ਼ਰ ਤੇ ਕਾਂਗਰਸ ਵੀ ਪਾਉਂਦੀ ਸੀ, ਕੋਈ ਕਾਂਗਰਸ ਦੁੱਧੀ ਧੁਲੀ ਹੋਈ ਨਹੀਂ ਸੀਗੀ, ਪਰ ਮੋਦੀ ਸਰਕਾਰ ਦੀ ਕੋਆਰਡੀਨੇਟਡ ਜਿਹੜੀ ਪਾਲਿਸੀ ਸੀਗੀ, ਇੱਕ ਤੇ ਮਾਲਿਕ ਇਹਨਾਂ ਦੇ ਨਾਲ ਜੁੜੇ ਸੀਗੇ ਤੇ ਮੇਨ ਸਟ੍ਰੀਮ ਮੀਡੀਆ ਤੇ ਮਾਲਿਕ ਦੀ ਕੰਟਰੋਲ ਤੇ ਹੀ ਚੱਲਦਾ ਹੈਗਾ, ਤੇ ਉੱਥੇ ਜਿਹੜੇ ਥੋੜੇ ਬਹੁਤੇ ਪੱਤਰਕਾਰ ਚੰਗਾ ਕੰਮ ਕਰਨਾ ਚਾਹੁੰਦੇ ਹੈਗੇ ਉਹ ਕੰਮ ਤੇ ਰੋਕ ਆ ਗਿਆ ਹੈਗਾ। ਜਿਹੜੇ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦੇ ਹੈਗੇ ਉਹਨਾਂ ਦੀ ਨੌਕਰੀ ਗਈਆਂ ਨੇ। ਜਿਹੜੇ ਹੁਣ ਬਾਕੀ ਛੋਟੇ ਡਿਜੀਟਲ ਸਾਡੀ ਵਰਗੀ ਮੈਗਜ਼ੀਨਸ ਜਦੋਂ ਸਟੋਰੀਜ਼ ਕਰਦੇ ਰਹਿੰਦੇ ਹੈਗੇ, ਜਾਂ ਹੁਣ ਤੁਸੀਂ ਰਾਣਾ ਅਯੂਬ ਨੂੰ ਦੇਖ ਲਓ, ਇਹਨਾਂ ਦੇ ਉੱਤੇ ਜਾਂ ਤੇ ਸੈਡੀਸ਼ਨ ਦੇ ਕੇਸਿਸ ਹੈਗੇ ਆ। ਨਿਊਜ਼ ਕਲਿੱਕ ਦੇ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਰੇਡ ਆ ਗਿਆ ਸੀਗਾ। ਹੁਣੇ ਦੈਨਿਕ ਭਾਸਕਰ ਨੇ ਯੂਪੀ 'ਚ ਉਹ ਲਾਸ਼ਾਂ ਤੇ ਸਟੋਰੀਆਂ ਕੀਤੀਆਂ ਹੈਗੀਆਂ, ਉਹਨਾਂ ਤੇ ਵੀ ਇੱਕ ਇਨਕਮ ਟੈਕਸ ਦੇ ਰੇਡ ਪੈ ਗਏ ਸੀਗੇ। ਰਾਣਾ ਅਯੂਬ ਤੇ ਵੀ ਇਨਕਮ ਟੈਕਸ ਵਾਲੇ ਪਿੱਛੇ ਪਏ ਹੋਏ ਹੈਗੇ। ਇਹ ਜਿਹੜੇ ਹੱਥਕੰਡੇ ਹੈਗੇ ਆ, ਪੁਲਿਸ ਨੂੰ ਵਰਤਣਾ, ਏਜੰਸੀਜ਼ ਨੂੰ ਵਰਤਣਾ, ਇਨਕਮ ਟੈਕਸ ਨੂੰ ਵਰਤਣਾ, ਇਹ ਸਾਰਿਆਂ ਨੂੰ ਲੈ ਕੇ ਜਿਹੜੇ ਥੋੜੇ ਬਹੁਤੇ ਇੰਡੀਪੈਂਡੈਂਟ ਰਹਿ ਜਾਂਦੇ ਹੈਗੇ ਉਹਨਾਂ ਤੇ ਵੀ ਪ੍ਰੈਸ਼ਰ ਪਾਇਆ ਜਾ ਰਿਹਾ। ਵਿਰੋਧੀ ਧਿਰਾਂ ਤੇ ਇਲਜ਼ਾਮ ਲਾਉਂਦੀਆਂ ਹੁੰਦੀਆਂ ਸਰਕਾਰ ਦੇ ਖਿਲਾਫ ਕਿ ਏਜੰਸੀਆਂ ਨੂੰ ਵਰਤ ਕੇ ਸਾਡੇ ਖਿਲਾਫ ਸਾਜ਼ਿਸ਼ਾਂ ਹੋ ਰਹੀਆਂ ਨੇ, ਮਤਲਬ ਮੀਡੀਆ ਖਿਲਾਫ ਵੀ ਏਜੰਸੀਆਂ ਦੀ ਮਿਸਯੂਜ਼ ਹੋ ਰਿਹਾ। ਪੈਗਾਸਸ ਦਾ ਕਾਂਡ ਜਿਹੜਾ ਹੈਗਾ ਉਹ ਸਾਹਮਣੇ ਆ ਗਿਆ ਹੈਗਾ ਨਾ। ਉਹ ਪੈਗਾਸਸ ਜਿਹੜਾ ਇੰਸਟਾਲ ਕੀਤਾ ਗਿਆ ਹੈ ਫੋਨ 'ਚ, ਕਿਸ ਨੇ ਕੀਤਾ ਹੈਗਾ? ਇਹੋ ਜਿਹੀ ਸਰਵੇਲੈਂਸ ਤੇ ਏਜੰਸੀਜ਼ ਦੇ ਹੱਥੋਂ ਹੀ ਹੁੰਦੀ ਹੈਗੀ ਨਾ, ਤੇ ਇਹ ਤੇ ਇਲਜ਼ਾਮ ਵੀ ਨਹੀਂ ਹੈਗਾ, ਤੇ ਅਸੀਂ ਤੇ ਪ੍ਰੂਫ ਨਾਲ, ਸਬੂਤ ਦੇ ਨਾਲ ਕਹਿ ਰਹੇ ਹੈਗੇ ਕਿ ਇਹ ਕੰਮ ਕੀਤਾ ਗਿਆ ਹੈਗਾ। ਬਾਕੀ ਵੀ ਜਿਹੜੇ ਮੈਂ ਗੱਲ ਕਹਿ ਰਿਹਾ ਸੈਡੀਸ਼ਨ ਦੇ ਚਾਰजेस ਦੇ ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰੇਡਸ ਜਾਂ ਇਨਕਮ ਟੈਕਸ ਦੇ, ਇਹ ਤੇ ਇਲਜ਼ਾਮ ਨਹੀਂ ਹੈਗਾ, ਇਹ ਤੇ ਸੱਚਾਈ ਹੈਗੀ ਹੈ, ਇਹ ਤੇ ਹੋ ਰਿਹਾ ਹੈਗਾ। ਤੇ ਆਪੋਜੀਸ਼ਨ ਤੇ ਜੋ ਮਰਜ਼ੀ ਕਹੇ, ਮੀਡੀਆ ਨਾਲ ਤੇ ਇਹ ਕੀਤਾ ਜਾ ਰਿਹਾ ਹੈਗਾ। ਹੱਲ ਕੀ ਨਜ਼ਰ ਆਉਂਦਾ? ਲੋਕ ਤਾਂ ਮੀਡੀਆ ਦਾ ਵੈਸੇ ਕਿਹਾ ਜਾਂਦਾ ਕਿ ਮੀਡੀਆ 4th ਪਿਲਰ ਹੈ, ਲੋਕਤੰਤਰ ਦਾ 4ਥਾ ਸਤੰਭ ਕਿਹਾ ਜਾਂਦਾ ਹੈ। 4ਥਾ ਪਿਲਰ ਵੀ ਹਿਲਦਾ ਹੋਇਆ ਨਜ਼ਰ ਆ ਰਿਹਾ, ਲੜਖੜਾਉਂਦਾ ਹੋਇਆ ਨਜ਼ਰ ਆ ਰਿਹਾ।
ਉਹ ਤੇ ਸਾਫ਼ ਹੈਗਾ ਸਾਡਾ ਤੇ ਪਹਿਲੇ ਦੂਜੇ ਤੀਜੇ ਚੌਥੇ ਚ ਸਾਰੇ ਮਿਲਾ ਕੇ ਅੱਧੇ ਪਿਲਰ ਰਹਿ ਗਏ ਹੈਗੇ ਡੈਮੋਕ੍ਰੇਸੀ ਦੇ। ਸੱਚਾਈ ਤੇ ਉਹ ਹੈਗੀ ਹੈ, ਉਹਦੇ ਚ ਮੀਡੀਆ ਵੀ ਸ਼ਾਮਿਲ ਹੈਗੀ ਹੈ, ਪਰ ਮੀਡੀਆ ਇਕੱਲੇ ਆਪਣੇ ਆਪ ਨੂੰ ਥੋੜੀ ਰਿਫਾਰਮ ਕਰ ਸਕਦੀ ਹੈਗੀ ਹੈ। ਜਿੱਥੇ ਅਗਰ ਪਾਰਟੀ ਰੂਲਿੰਗ ਪਾਰਟੀ ਦਾ ਇਹ ਹਾਲ ਹੈਗਾ ਹੈ, ਤੇ ਜਦ ਤੱਕ ਪੂਰਾ ਇੰਸਟੀਟਿਊਸ਼ਨਲੀ ਚੇਂਜ ਨਹੀਂ ਆਊਗਾ ਤੇ ਮੀਡੀਆ ਥੋੜੀ ਬਦਲੂਗੀ। ਚੀਜ਼ਾਂ ਬਦਲਦੀਆਂ ਹੋਈਆਂ ਆਉਣ ਵਾਲੇ ਸਮੇਂ 'ਚ ਲੱਗਦਾ ਸਰ ਤੁਹਾਨੂੰ ਨਜ਼ਰ ਆਉਣਗੀਆਂ, ਜਾਂ ਲੱਗਦਾ ਕੋਈ ਬਦਲਾਅ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੁੰਦਾ ਹੋਇਆ ਨਜ਼ਰ ਆਵੇ ਕੁਝ? ਦੇਖੋ, ਇਹ ਕੰਮ ਔਖਾ ਹੈਗਾ ਜਰਨਲਿਜ਼ਮ ਚ ਭਵਿਸ਼ਵਾਣੀ ਅੱਗੇ ਦੀ ਕਰਨੀ, ਤੇ ਅਸੀਂ ਉਹ ਤਾਂ ਸਾਡਾ ਕੰਮ ਨਹੀਂ ਹੈਗਾ। ਇਮੀਡੀਏਟਲੀ ਤੇ ਲੱਗਦਾ ਹੈਗਾ ਕਿ ਇਹ ਸਰਕਾਰ ਦੀ ਜਿੰਨੀ ਪਪੂਲੈਰਿਟੀ ਹੈਗੀ ਹੈ ਹੁਣੇ ਤੇ ਚੱਲੂਗੀ, ਅੱਗੇ ਜਾ ਕੇ 2 ਇਲੈਕਸ਼ਨ ਆ ਰਹੇ ਆ, ਆਪਣੇ ਆਪ ਉਹਨਾਂ ਦੇ ਨਤੀਜੇ ਤੋਂ ਪਤਾ ਲੱਗੂਗਾ। ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿੱਥੇ ਪੱਤਰਕਾਰਿਤਾ ਅਸੀਂ ਕਰ ਰਹੇ ਹੈਗੇ ਆ ਉੱਥੇ ਬੰਦ ਕਰ ਦਈਏ, ਕਿਉਂਕਿ ਮਾਹੌਲ ਨਹੀਂ ਬਦਲੂਗਾ। ਕਿਉਂਕਿ ਸਾਡਾ ਕੰਮ ਹੈਗਾ ਕਿ ਇਹਨਾਂ ਨੂੰ ਸਵਾਲ ਪੁੱਛਦੇ ਰਹਿਣਾ ਹੈਗਾ, ਉਹ ਕਰਦੇ ਰਹਾਂਗੇ ਜਿੱਥੇ ਪੋਸੀਬਲ ਹੈਗਾ। ਮੇਨ ਸਟ੍ਰੀਮ ਮੀਡੀਆ ਤਾਂ ਟੋਟਲੀ ਦੇਖਿਆ ਜਾਵੇ ਤਾਂ ਸਿਰਫ ਔਰ ਸਿਰਫ ਗੁਣਗਾਨ ਕਰਦਾ ਨਜ਼ਰ ਆਉਂਦਾ, ਔਰ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਕਿ ਰਾਸ਼ਟਰ ਭਗਤੀ, ਜਾਂ ਫਿਰ ਅਸੀਂ ਕਹਿੰਦੇ ਕਿ ਰਾਸ਼ਟਰ ਦੀ ਗੱਲ ਕਰ ਰਹੇ ਹਾਂ, ਦੇਸ਼ ਦੇ ਹਿੱਤ ਦੀ ਗੱਲ ਕਰ ਰਹੇ ਹਾਂ। ਜੇ ਕੋਈ ਸਰਕਾਰ ਤੋਂ ਸਵਾਲ ਪੁੱਛਦਾ ਤਾਂ ਦੇਸ਼ ਦਰੋਹੀ ਹੈ, ਇਸ ਤਰ੍ਹਾਂ ਦੇ ਇਲਜ਼ਾਮ। ਇਹ ਤੁਹਾਨੂੰ ਲੱਗਦਾ ਨਹੀਂ ਕਿ ਪਿਛਲੇ ਕੁਝ ਕੁ ਸਾਲਾਂ 'ਚ ਇਹ ਸ਼ਬਦ ਵੀ ਜ਼ਿਆਦਾ ਪ੍ਰਯੋਗ 'ਚ ਆਉਣ ਲੱਗੇ? ਹੋਰ ਕੀ, ਇਹ ਤੇ ਦੇਖੋ ਸਿੱਧੀ ਗੱਲ ਹੈਗੀ ਹੈ, ਇਹਨਾਂ ਨੇ ਤੇ ਇਹ ਲੇਬਲ ਲਾਤਾ ਹੈਗਾ ਕਿ ਜਿਹੜਾ ਜਰਨਲਿਸਟ ਸਹੀ ਮਾਨੇ ਤੇ ਆਪਣਾ ਕੰਮ ਕਰੇ ਤਾਂ ਉਹ ਕੰਮ ਕਰਕੇ ਹੀ ਐਂਟੀ ਨੈਸ਼ਨਲ ਹੋ ਜਾਂਦਾ ਹੈਗਾ। ਜਰਨਲਿਜ਼ਮ ਕਰਨਾ ਹੀ ਇਸ ਸਰਕਾਰ ਦੇ ਹਿਸਾਬ ਨਾਲ ਐਂਟੀ ਨੈਸ਼ਨਲ ਕੰਮ ਹੈਗਾ। ਤੇ ਔਰ ਇਹ ਐਂਟੀ ਨੈਸ਼ਨਲ ਦਾ ਕੀ ਮਤਲਬ ਹੋਇਆ? ਇਹ ਤੇ ਇੱਕ ਤੌਰ ਤਰੀਕਾ ਹੈਗਾ ਹੈ, ਔਰ ਉੱਤੇ ਫਿਰ ਜਰਨਲਿਸਟ ਦੀ ਆਈਡੈਂਟੀਟੀ ਫੜ ਲੈਂਦੇ ਹੈਗੇ ਆ। ਉਹ ਮੁਸਲਮਾਨ ਹੈਗਾ ਹੈ ਤੇ ਉਹ ਪਾਕਿਸਤਾਨ ਦਾ ਸਮਰਥਕ ਹੈਗਾ ਹੈ, ਨਾ ਮੇਰਾ ਸਿੱਖ ਸੁਣ ਕੇ 4 ਦਿਨਾਂ ਬਾਅਦ ਕੋਈ ਖਾਲਿਸਤਾਨੀ ਕਹਿ ਦਿੰਦਾ ਹੈਗਾ ਹੈ। ਇਹੋ ਜਿਹੇ ਲੇਬਲਸ ਲਗਾ ਕੇ ਇਹਨਾਂ ਦੀ ਕੋਸ਼ਿਸ਼ ਇਹੀ ਹੈ ਡਰਾ ਧਮਕਾ ਕੇ ਕਿ ਲੋਕਾਂ ਨੂੰ ਕੰਮ ਕਰਨ ਤੋਂ ਰੋਕਿਆ ਜਾਵੇ। ਸਰ ਇੱਕ ਚੀਜ਼ ਹੋਰ ਹੈ, ਪਿਛਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਸੀ ਡਾਇਰੈਕਟਲੀ, ਉਹਨਾਂ ਲੋਕਾਂ ਨੂੰ ਵੀ ਟਾਰਗੇਟ ਕੀਤਾ ਗਿਆ। ਈਵਨ ਜੋ ਮੀਡੀਆ ਪਰਸਨ ਸੀਗੇ, 26 ਜਨਵਰੀ ਨੂੰ ਕਿਹਾ ਜਾ ਰਿਹਾ ਕਿ ਇੱਕ ਡੰਪ ਚੱਕਿਆ ਗਿਆ ਨੈਟਵਰਕ ਟਾਵਰਸ ਤੋਂ, ਔਰ ਉਹਨਾਂ ਦੇ ਕੰਟੈਕਟ ਨੰਬਰ ਜਿਹੜੇ ਪੰਜਾਬ ਜਾਂ ਹਰਿਆਣਾ ਦੇ ਕੰਟੈਕਟਸ ਜ਼ਿਆਦਾ ਸੀ, ਜਰਨਲਿਸਟ ਸੀ ਜਾਂ ਲੋਕ ਜਿਨ੍ਹਾਂ ਜਿਹੜੇ ਸੀਗੇ, ਉਹਨਾਂ ਨੂੰ ਹੁਣ ਨੋਟਿਸ ਆ ਰਹੇ ਨੇ ਕਿ ਤੁਸੀਂ ਆਓ, ਏਜੰਸੀਜ਼ ਬੁਲਾ ਰਹੀਆਂ ਨੇ। ਇਸ ਚੀਜ਼ ਨੂੰ ਕਿੱਦਾਂ ਦੇਖਿਆ ਜਾਵੇ? ਉਹ ਤਾਂ ਹੈ ਹੀ ਹੈ, ਟਾਰਗੇਟਿੰਗ ਹੋ ਰਹੀ ਹੈ। ਇਹ ਆਈਡੀਆ ਹੈਗਾ ਭਾਵੇਂ ਉਹ ਕੁਛ ਨਾ ਕੁਛ ਕਰਨ, ਪਰ ਜਿਹੜਾ ਬੰਦਾ ਉੱਥੇ ਆਇਆ ਹੋਇਆ ਹੈਗਾ ਛੋਟੇ ਜਿਹੇ ਦਾਇਰੇ ਲਈ ਜਾਂ ਇੰਡੀਵਿਜੂਅਲੀ ਕੰਮ ਕਰ ਰਿਹਾ, ਉਹਦੇ ਲਈ ਇਹੀ ਪ੍ਰੈਸ਼ਰ ਬਣ ਜਾਂਦਾ ਹੈਗਾ ਕਿ ਏਜੰਸੀਜ਼ ਦੇ ਨਿਗਾਹ 'ਚ ਆ ਗਏ। ਸਾਡਾ ਆਪਣਾ ਜਿਹੜਾ ਕੰਟਰੀਬਿਊਟਰ ਹੈਗਾ ਸਾਡੇ ਲਈ ਲਿਖਦਾ ਹੈਗਾ ਮਨਦੀਪ ਪੁੰਨਿਆ ਨੂੰ, ਤੇ ਉਹਨਾਂ ਨੇ ਹਫ਼ਤੇ ਲਈ ਅਰੈਸਟ ਕਰ ਲਿਆ ਸੀ। ਸਾਡੇ ਸਾਹਮਣੇ ਬਿਲਕੁਲ ਘਟਨਾ ਹੋਈ ਸੀ, ਮਨਦੀਪ ਨੇ ਜਦੋਂ ਫੋਨ ਸੁੱਟਿਆ ਔਰ ਫਿਰ ਅਸੀਂ ਕਾਫੀ ਰੌਲਾ ਪਾਇਆ, ਬਟ ਉਹ ਲੈ ਗਏ ਸੀ ਉਸ ਟਾਈਮ ਮਨਦੀਪ ਨੂੰ। ਉਹਦੇ ਲਈ ਹਫ਼ਤਾ ਲੱਗ ਗਿਆ। ਅਸੀਂ ਬੇਲ ਬੂਲ ਸਾਡੇ ਵਕੀਲ ਨੇ ਲੜਿਆ ਹੈਗੇ, ਸਾਰੇ ਬੰਦੇ ਰੋਜ਼ ਜਾ ਕੇ ਮਿਲਦੇ ਸੀਗੇ ਮਨਦੀਪ ਨੂੰ, ਤੇ ਉਹ ਵੀ ਉਹੀ ਸੀਗਾ। ਉਹਦੇ ਚ ਮਨਦੀਪ ਨੇ ਇਹੋ ਜਿਹਾ ਕਿਹੜਾ ਕੰਮ ਕੀਤਾ ਸੀਗਾ ਜਿਹਦੇ ਲਈ ਫੜਿਆ ਹੈਗਾ? ਇਹੀ ਪ੍ਰੈਸ਼ਰ ਜਾਂ ਮੈਸੇਜ ਭੇਜਣ ਲਈ ਕੀਤਾ ਸੀਗਾ ਉਹਨਾਂ ਨੇ ਇਹ ਸਾਰਾ ਜੋ ਕੁਝ ਵੀ ਹੋਇਆ। ਸਰ ਹਾਂ, ਹੁਣ ਮੈਂ 2 ਜਾਂ 4 ਮਿੰਟ ਦਾ ਸਮਾਂ ਪੰਜਾਬ ਦੀ ਪੋਲਿਟਿਕਸ ਨੂੰ ਸਮਝਣ ਵਾਸਤੇ ਲੈਣਾ, ਲੰਬਾ ਸਮਾਂ ਹੋ ਗਿਆ ਔਰ ਮੈਨੂੰ ਲੱਗਦਾ ਨਹੀਂ ਕਿ ਘੱਟ ਸਮੇਂ 'ਚ ਸਮਝ ਪਾਊਂਗਾ, ਪਰ ਮੋਟੀਆਂ ਜੀਆਂ ਗੱਲਾਂ ਕੀ ਲੱਗਦਾ ਪੰਜਾਬ ਦੀ ਸਿਆਸਤ ਦੇ ਵਿੱਚ ਬਦਲਾਅ ਇਸ ਕਿਸਾਨ ਅੰਦੋਲਨ ਦੇ ਨਾਲ ਆਉਂਦੇ ਹੋਇਆ ਨਜ਼ਰ ਆ ਰਿਹਾ ਤੁਹਾਨੂੰ? ਦੇਖੋ, ਮੈਂ ਕਹਿ ਸਕਦਾ ਕਿ ਮੈਨੂੰ ਸਮਝ ਆ ਰਿਹਾ ਅੱਜ ਕੀ ਹੋ ਰਿਹਾ ਹੈਗਾ। ਦੇਖੋ, ਪੰਜਾਬ ਦਾ ਜਿਹੜਾ ਕਿਸਾਨ ਅੰਦੋਲਨ ਹੈਗਾ, ਇਹਦੇ ਪੰਜਾਬ ਦੇ ਪੋਲਿਟਿਕਸ 'ਚ ਮੈਨੂੰ ਦਿਖ ਨਹੀਂ ਰਿਹਾ ਹੈਗਾ ਕਿ ਜੋ ਅਸਰ ਹੋਣਾ ਚਾਹੀਦਾ ਸੀਗਾ ਉਹ ਹੋ ਰਿਹਾ ਹੈਗਾ। ਜਿਹੜੀ ਮੇਨ ਸਟ੍ਰੀਮਸ ਪਾਰਟੀਜ਼ ਹੈਗੀਆਂ ਨੇ, ਜਿਹੜਾ ਜਜ਼ਬਾ ਤੇ ਸਪਿਰਿਟ ਪੰਜਾਬ ਦੇ ਕਿਸਾਨ ਮੋਰਚੇ ਸੀਗਾ, ਉਹਦੇ ਤੇ ਬਿਲਡ ਨਹੀਂ ਕਰ ਰਹੀ ਹੈਗੀ ਹੈ। ਨਾ ਹੀ ਇਹ ਚਾਹੁੰਦੀ ਹੈਗੀ ਹੈ ਕਿ ਇਹੋ ਜਿਹਾ ਆਈਡੀਅਲਿਜ਼ਮ, ਪਰਪਸ ਫਿਲਡ ਪੋਲਿਟਿਕਸ ਸਾਹਮਣੇ ਆਏ। ਇਹ ਤੇ ਉਹੀ ਪੁਰਾਣੀ ਪੋਲਿਟਿਕਸ, ਉਹੀ ਪੁਰਾਣੀ ਗੱਲਾਂ ਤੇ ਖੇਡ ਰਹੇ ਹੈਗੇ, ਪੁਰਾਣੇ ਇਲਜ਼ਾਮ ਇੱਕ ਦੂਜੇ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ। ਇਹਦੇ 'ਚ ਉਹ ਜਿਹੜਾ ਸਪਿਰਿਟ ਪੰਜਾਬ ਦੇ ਕਿਸਾਨ ਮੋਰਚੇ ਸੀਗੀ, ਉਹ ਸਾਡੇ ਪੋਲਿਟਿਕਸ 'ਚ ਹੁਣ ਦਿਖ ਨਹੀਂ ਰਹੀ ਹੈਗੀ। ਇਹ ਪੋਲਿਟਿਕਸ ਤੇ ਉਹੀ ਪੋਲਿਟਿਕਸ ਲੱਗ ਰਿਹਾ ਜਿਹੜਾ ਪਿਛਲੇ 20 ਸਾਲਾਂ ਤੋਂ ਚੱਲੀ ਆ ਰਿਹਾ ਹੈਗਾ ਕਿ ਇੱਕ ਦੂਜੇ ਤੇ ਇਲਜ਼ਾਮ ਲਾਓ, ਕੰਮ ਕੋਈ ਨਾ ਕਰੇ, ਔਰ ਬਾਕੀ ਸਟੇਟ ਦਾ ਕੁਝ ਹੋਏ ਨਾ ਹੋਏ, ਆਪਣਾ ਜ਼ਰੂਰ ਹੋ ਜਾਏ ਕੁਝ ਇਹਦੇ 'ਚ। ਔਰ ਉਸੇ ਤਰ੍ਹਾਂ ਹੀ ਜਿੱਦਾਂ ਸ਼ੁਰੂਆਤ ਦੇ ਵਿੱਚ ਸਰ ਅੰਦੋਲਨ ਸ਼ੁਰੂ ਹੋਇਆ ਸੀ, ਉਦੋਂ ਲੋਕਾਂ ਨੇ ਪੋਲੀਟੀਕਲ ਰੈਲੀਆਂ ਦੇ ਵਿੱਚ ਜਾਣਾ ਸ਼ੁਰੂ ਕਰਤਾ ਸੀ। ਇਵਨ ਵੱਡੇ ਲੀਡਰ ਵੀ ਡਰਨ ਲੱਗ ਗਏ ਸੀਗੇ ਵੀ ਰੈਲੀਆਂ ਕਰਾਂਗੇ ਤਾਂ ਲੋਕਾਂ ਨੇ ਆਉਣਾ ਨਹੀਂ, ਫਲॉप ਹੋ ਜਾਣਗੀਆਂ। ਪਰ ਮਾਹੌਲ ਫਿਰ 2022 ਨੂੰ ਲੈ ਕੇ ਫਿਰ ਬਣਦਾ ਹੋਇਆ ਨਜ਼ਰ ਆ ਰਿਹਾ। ਦੇਖੋ, ਉਹ ਤੇ ਹੋਊਗਾ, ਲੋਕਾਂ ਦੇ ਕੋਲ ਚਾਰਾ ਕੀ ਹੈਗਾ? ਸਰਕਾਰ ਫਾਰਮੇਸ਼ਨ 'ਚ ਲੋਕਾਂ ਨੂੰ ਇਨਵੋਲਵ ਤੇ ਹੋਣਾ ਹੀ ਪਊਗਾ ਨਾ। ਆਫਟਰ ਆਲ ਕਿਸਾਨ ਮੋਰਚਾ ਜਿੱਧਰ ਵੀ ਜਾਏ, ਰੋਜ਼ਮਰਰੇ ਦੇ ਕੰਮ ਤੇ ਸਰਕਾਰ ਤੋਂ ਹੀ ਹੁੰਦੇ ਹੈਗੇ ਨਾ।
ਛੋਟੇ ਤੋਂ ਲੈ ਕੇ ਵੱਡੀ ਗੱਲ ਜਿਹੜੀ ਹੈਗੀ ਉਹ ਸਰਕਾਰ ਨਹੀਂ ਕਰਨੀ ਹੈਗੀ ਹੈ। ਅਗਰ ਤੁਸੀਂ ਇਲੈਕਸ਼ਨ 'ਚ ਨਾ ਇਨਵੋਲਵ ਹੋਏ, ਉਹ ਬੰਦਿਆਂ ਨਾਲ ਤੁਹਾਡਾ ਕੰਟੈਕਟ ਨਾ ਰਹੇ, ਤਾਂ ਤੁਹਾਡੀ ਆਪਣੀ ਜਿਹੜੀ ਕੰਮ ਕਰਨ ਦੀ, ਖੇਤੀ ਕਰਨ ਦੀ, ਸ਼ਹਿਰਾਂ 'ਚ ਰਹਿਣ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹ ਔਖੀ ਹੋ ਜਾਂਦੀ ਹੈਗੀ ਹੈ। ਤੇ ਲੋਕ ਉਸ ਕਰਕੇ ਜੁੜਨਗੇ ਕਿ ਉਹ ਪੁਰਾਣੇ ਕਾਰਨਾਂ ਨਾਲ, ਪੋਲਿਟਿਕਸ ਨਾਲ ਜੁੜਨਗੇ ਕਿ ਇਹ ਬੰਦਾ ਮੇਰਾ ਕਿੰਨਾ ਕੁ ਫਾਇਦਾ ਕਰ ਸਕਦਾ ਹੈ, ਮੇਰੇ ਧੜੇ ਦਾ ਹੈ, ਨਹੀਂ ਹੈਗਾ। ਉਹੀ ਚੀਜ਼ਾਂ ਨੇ ਡਿਸਾਈਡ ਕਰਨਾ ਹੈ। ਪੋਲਿਟਿਕਸ ਲੱਗ ਰਿਹਾ, ਉਹੀ ਪੋਲਿਟਿਕਸ ਚੱਲ ਰਿਹਾ ਹੈ ਹੁਣੇ ਪੰਜਾਬ 'ਚ। ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਚੱਲ ਰਿਹਾ, ਇਸ ਨੂੰ ਲੈ ਕੇ ਕਿਸ ਤਰ੍ਹਾਂ ਐਨਾਲਾਈਜ਼ ਕੀਤਾ ਸਰ ਤੁਸੀਂ? ਕੀ ਲੱਗ ਰਿਹਾ, ਪੰਜਾਬ ਕਾਂਗਰਸ ਖਤਮ ਹੋਣ ਦੇ ਕਗਾਰ ਤੇ ਜਾਊਗੀ, ਜਾਂ ਫਿਰ ਦੂਸਰੇ ਸਟੇਟਸ ਦੇ ਵਿੱਚ ਜਿੱਦਾਂ ਕਾਂਗਰਸ ਦੀਆਂ ਸਰਕਾਰਾਂ ਡਿੱਗੀਆਂ, ਇਹੋ ਜਿਹੀ ਕੰਡੀਸ਼ਨ ਬਣਦੀ ਹੋਈ ਨਜ਼ਰ ਆ ਸਕਦੀ ਹੈ ਹੁਣ? ਇੰਨਾ ਤੇ ਮਾੜਾ ਹਾਲ ਨਹੀਂ ਹੋਊਗਾ, ਕਿਉਂਕਿ ਪੰਜਾਬ 'ਚ ਕੋਈ ਆਲਟਰਨੇਟਿਵ ਵੀ ਲੋਕਾਂ ਦੇ ਸਾਹਮਣੇ ਜ਼ਿਆਦਾ ਨਹੀਂ ਦਿਖ ਰਿਹਾ ਹੈ ਨਾ, ਕਿ ਅਗਰ ਕਾਂਗਰਸ ਨੂੰ ਅਸੀਂ ਇੱਕ ਪਾਸੇ ਕਰ ਦਈਏ ਤੇ ਬਾਕੀ ਜਿਹੜੀ ਪਾਰਟੀਆਂ ਹੈਗੀਆਂ ਨੂੰ ਉਹਨਾਂ 'ਚ ਕਿਹੜੀ ਲੀਡਰਸ਼ਿਪ ਦਿਖ ਰਹੀ ਹੈਗੀ ਹੈ ਜਿਹੜੀ ਚੰਗੀ ਹੈਗੀ ਹੈ। ਤੇ ਮੈਨੂੰ ਲੱਗਦਾ ਹੈ ਪੰਜਾਬ 'ਚ ਇਸ ਵਾਰੀ ਜੋ ਵੀ ਵੋਟ ਪਾਊਗਾ ਮਜਬੂਰੀ 'ਚ ਪਾਊਗਾ ਕਿ ਬਾਕੀ ਠੀਕ ਨਹੀਂ ਲੱਗਦੇ, ਚਲੋ ਇਹਨੂੰ ਟਰਾਈ ਕਰ ਲੈਂਦੇ ਹੈਗੇ ਬੇਸਿਕਲੀ। ਕਿਉਂਕਿ ਇੱਕ ਜਿਹੜੀ ਹੋਪ ਸੀਗੀ 2 ਮਹੀਨੇ ਪਹਿਲਾਂ ਤੱਕ ਸੀਗੀ ਕਿ ਸਿੱਧੂ ਕੋਈ ਨਵੀਂ ਚੀਜ਼ਾਂ ਲੈ ਕੇ ਆ ਰਿਹਾ, ਉਹ ਇੰਨੀ ਛੇਤੀ ਇੰਨੇ ਫਜ਼ੂਲ ਜੇ ਕੰਮਾਂ 'ਚ ਉਹ ਹੋਪ ਅਗਰ ਵੇਸਟ ਕੀਤੀ ਹੈਗੀ ਹੈ, ਤੇ ਸਿੱਧੂ ਨੂੰ ਆਪ ਵੀ ਸੋਚਣਾ ਚਾਹੀਦਾ ਹੈਗਾ ਕਿ ਕੁਝ ਚੀਜ਼ਾਂ ਸਾਂਭੇ ਤੇ ਅੱਗੇ ਜਿਹੜੀ ਚੀਜ਼ਾਂ ਹੋਣੀ ਚਾਹੀਦੀਆਂ ਉਹਨਾਂ ਤੇ ਫੋਕਸ ਕਰੇ। ਤੇ ਗਲਤੀ ਇਹਦੇ 'ਚ ਹਾਈ ਕਮਾਂਡ ਦੀ ਹੈਗੀ ਕਿ ਕਲੈਰਿਟੀ ਹੋਣੀ ਚਾਹੀਦੀ ਸੀ, ਤੁਸੀਂ ਕਰ ਕੀ ਰਹੇ ਹੋ ਪਾਰਟੀ 'ਚ। ਸਿੱਧੂ ਨੂੰ ਲੈ ਕੇ ਐਂ ਲੱਗ ਰਿਹਾ ਸੀ ਕਿ ਸਿੱਧੂ ਕੋਈ ਬਹੁਤ ਵੱਡਾ ਚੇਂਜ ਲੈ ਕੇ ਆਉਣਗੇ, ਜਾਂ ਸਿੱਧੂ ਲੱਗਦਾ ਸੀ ਕਿ ਕੋਈ ਪਰਿਵਰਤਨ ਕਰ ਦੇਣਗੇ, ਪਰ ਉਸ ਹਿਸਾਬ ਨਾਲ ਮਤਲਬ ਲੋਕਾਂ ਦੀਆਂ ਇੱਛਾਵਾਂ ਕਹਿ ਲਓ ਜਾਂ ਲੋਕਾਂ ਦੇ ਹਿਸਾਬ ਦੇ ਨਾਲ ਉਹਨਾਂ ਉਮੀਦਾਂ ਤੇ ਖਰਾ ਨਹੀਂ ਉਤਰਦੇ ਨਜ਼ਰ ਆ ਰਹੇ, ਜਿਸ ਹਿਸਾਬ ਨਾਲ ਲੋਕਾਂ ਨੂੰ ਉਮੀਦਾਂ ਸੀ ਕਿ ਸਿੱਧੂ ਚੇਂਜ ਲਿਆਉਣਗੇ। ਇਹ ਸਾਈਕੋਲੋਜੀਕਲ ਗੱਲ ਹੈਗੀ ਹੈ, ਇਹ ਨਹੀਂ ਕਿ ਸਿੱਧੂ ਨੇ ਕੋਈ ਜਿਹੜੀ ਗੱਲ ਕੀਤੀ ਹੈਗੀ ਗਲਤ ਹੈਗੀ ਹੈ, ਪਰ ਲੋਕਾਂ ਨੂੰ ਵੀ ਲੱਗਦਾ ਹੈਗਾ ਹੁਣ ਕਿ ਤੁਹਾਨੂੰ ਇੱਕ ਦਾਇਰਾ ਮਿਲ ਗਿਆ ਹੈ, ਕਾਂਗਰਸ ਦੇ ਪ੍ਰੈਜ਼ੀਡੈਂਟ ਬਣ ਗਏ ਹੋ ਸਟੇਟ 'ਚ। ਹੁਣ ਅਗਰ ਤੁਸੀਂ ਆਪਣੇ ਪਾਰਟੀ 'ਚ ਅੰਦਰ ਬਹਿ ਕੇ ਆਪਣੀ ਪਾਰਟੀ ਨੂੰ ਹੀ ਖੋਖਲਾ ਕਰਨ 'ਚ ਲੱਗੇ ਹੋ, ਤੇ ਇਹ ਬੜਾ ਅਜੀਬ ਜਿਹਾ, ਇੱਕ ਅਜੀਬ ਜਿਹੀ ਲੜਾਈ ਲੱਗਦੀ ਹੈਗੀ ਹੈ। ਤੁਸੀਂ ਅੱਗੇ ਵਧੋ, ਆਪਣੀ ਇਹ ਕੋਸ਼ਿਸ਼ ਕਰੋ ਕਿ ਜਿਹੜੀ ਗਲਤੀਆਂ ਪਹਿਲਾਂ ਹੋਈਆਂ ਨੇ ਉਹ ਨਹੀਂ ਹੋਣਗੀਆਂ, ਇੱਕ ਨਵਾਂ ਪ੍ਰੋਗਰਾਮ ਲੈ ਕੇ ਆਓ, ਇਲੈਕਸ਼ਨ ਲੜੋ। ਅਗਰ ਤੁਸੀਂ ਇਹ ਲੜਾਈ 'ਚ ਲੱਗੇ ਰਹੇ, ਇਹੋ ਜਿਹੀ ਬਿਆਨਬਾਜ਼ੀ, ਇਹੋ ਜਿਹੇ ਐਡਵਾਈਜ਼ਰ, ਦੇਖੋ ਕਿਸੇ ਨੂੰ ਹੈਰਾਨਗੀ ਨਹੀਂ ਹੈਗੀ ਹੈ ਕਿ ਮੱਲੀ ਨਾਲ ਜਿਹੜਾ ਕੁਝ ਹੋਇਆ ਹੈਗਾ, ਮਲਵਿੰਦਰ ਵਾਲੀ ਨਾਲ, ਕਿ ਇਹ ਹੋਣਾ ਸੀਗਾ। ਜਿਹੜਾ ਪਹਿਲਾਂ ਤੋਂ ਜਾਣਦੇ ਹੈਗੇ ਸਾਰਿਆਂ ਨੂੰ ਆਈਡੀਆ ਸੀਗਾ ਕਿ ਥੋੜਾ ਅਨਪ੍ਰੈਡਿਕਟੇਬਲ ਜਿਹਾ ਕੈਰੈਕਟਰ ਹੈਗਾ। ਤੇ ਅਗਰ ਤੁਸੀਂ ਪਹਿਲੇ ਹੀ ਐਡਵਾਈਜ਼ਰ ਜਿਹੜੇ ਸਿਲੈਕਟ ਕਰ ਰਹੇ ਹੋ, ਉਹਦੇ ਤੇ ਲੋਕਾਂ ਨੂੰ ਸ਼ੱਕ ਹੋਣ ਲੱਗਦਾ ਹੈਗਾ ਕਿ ਇਹ ਤੇ ਦੇਖ ਹੀ ਨਹੀਂ ਰਹੇ ਕਿ, ਤੇ ਫਿਰ ਅੱਗੇ ਚੱਲ ਕੇ ਤੁਹਾਨੂੰ ਸਰਕਾਰ ਚਲਾਉਣ ਦਾ ਜਿਹੜਾ ਅਹੁਦਾ ਚਾਹੀਦਾ ਹੈਗਾ, ਉਹਦੇ ਤੇ ਵੀ ਲੋਕਾਂ ਨੂੰ ਫਿਰ ਸ਼ੱਕ ਹੋਣ ਲੱਗਦਾ ਹੈ ਕਿ ਇਹ ਸਰਕਾਰ ਚਲਾ ਪਾਊਗਾ ਜਾਂ ਨਹੀਂ ਚਲਾਊਗਾ। ਪਰ ਸਿੱਧੂ ਹੁਣ ਸਿੱਧੇ ਤੌਰ ਤੇ ਕਹਿੰਦੇ ਆ, ਬਿਆਨਬਾਜ਼ੀਆਂ ਉਹਨਾਂ ਦੀਆਂ ਆਉਂਦੀਆਂ ਕਿ ਹਾਈ ਕਮਾਂਡ ਮੈਨੂੰ ਨਿਰਣਾ ਲੈਣ ਦੀ ਪਾਵਰ ਦੇਵੇ, ਨਹੀਂ ਤਾਂ ਫਿਰ ਮੈਂ ਇੰਟਰਨੈਟ ਖੜਕਾ ਦੂੰਗਾ। ਇਸ ਤਰ੍ਹਾਂ ਦਾ ਕੱਲ ਹੀ ਬਿਆਨ ਬਹੁਤ ਵਾਇਰਲ ਹੋ ਰਿਹਾ ਉਹਨਾਂ ਦਾ। ਇਸ ਚੀਜ਼ ਨੂੰ ਕਿੱਦਾਂ ਦੇਖਿਆ ਜਾਵੇ? ਮਤਲਬ ਹਾਈ ਕਮਾਂਡ ਨੇ ਪ੍ਰਧਾਨ ਬਣਾਤਾ, ਪਾਵਰਾਂ ਨਹੀਂ ਦੇ ਕੇ ਤੁਰੀਆਂ, ਪ੍ਰਧਾਨ ਨੇ ਸਰਵਾ ਨੇ ਪੰਜਾਬ ਦੇ ਵਿੱਚ ਕਾਂਗਰਸ ਦੇ। ਦੇਖੋ ਇਹ ਤੇ ਤੁਸੀਂ ਵੀ ਹੱਸ ਰਹੇ, ਮੈਂ ਵੀ ਹੱਸ ਰਿਹਾ, ਇਹਦਾ ਕੀ ਮਤਲਬ ਕੀ ਹੁੰਦਾ ਹੈ? ਇੱਟ ਨਾਲ ਇੱਟ ਵਜਾਊਗਾ, ਕਿਹੜੀ ਇੱਟ ਨਾਲ ਕਿਹੜਾ ਇੱਟ? ਇਹ ਤੇ ਗੱਲ ਕਰਨ ਵਾਲੀ ਗੱਲ ਹੈਗੀ ਹੈ। ਇਹ ਕਿਸੇ ਲੀਡਰ ਨੂੰ ਜਿਹੜੀ ਗੱਲ ਦਾ ਕੋਈ ਉਹ ਤੁਕੀ ਨਹੀਂ ਬਣਦਾ ਹੈਗਾ, ਉਹ ਕਹਿਣ ਦਾ ਕੀ ਫਾਇਦਾ ਹੈਗਾ? ਅਗਰ ਹਾਈ ਕਮਾਂਡ ਨਾਲ ਸਿੱਧੂ ਲੜਨਾ ਹੀ ਚਾਹੁੰਦਾ ਹੈਗਾ ਤੇ ਫਿਰ ਕਾਂਗਰਸ ਕੀ ਕਰ ਰਿਹਾ ਹੈਗਾ ਬੇਸਿਕਲੀ? ਤੇ ਇਹ ਸਾਰੇ ਡਿਸੀਜਨ ਤਾਂ ਸਿੱਧੂ ਨੂੰ ਆਪ ਲੈਣੇ ਪੈਣਗੇ ਨਾ। ਤ੍ਰਿਪਤ ਬਾਜਵਾ ਹੁਣੀ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ, ਜਾਂ ਅਸੀਂ ਹਟਾਉਣ ਦੀ ਕੋਸ਼ਿਸ਼ ਕਰਾਂਗੇ। ਹਾਈ ਕਮਾਂਡ ਨਾਲ ਵੀ ਕਹਿੰਦੇ ਮੁਲਾਕਾਤਾਂ ਚੱਲ ਰਹੀਆਂ ਨੇ। ਇਹਨਾਂ ਚੀਜ਼ਾਂ ਨੂੰ ਪੋਲੀਟੀਕਲ ਸਮਝ ਕੀ ਕਹਿੰਦੀ ਹੈ? ਸਰ, ਲੰਬਾ ਤਜਰਬਾ ਤੁਹਾਡਾ, ਕੀ ਐਨਾਲਾਈਜ਼ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾ ਸਕਦਾ, ਜਾਂ ਕੈਪਟਨ ਹਟਦੇ ਆ ਤਾਂ ਕਾਂਗਰਸ ਕਿਸ ਰਾਹ ਪੈ ਸਕਦੀ ਹੈ? ਦੇਖੋ, ਇਸ ਕਾਂਗਰਸ ਬਾਰੇ ਕੁਝ ਵੀ ਕਹਿਣਾ ਔਖਾ ਹੈਗਾ। ਇਹ ਤਮਾਸ਼ਾ ਚੱਲ ਰਿਹਾ ਹੈਗਾ ਹੈ, ਤੇ ਇਹ ਲੋਕਾਂ ਲਈ ਹਾਸੀ ਦਾ ਕੰਮ ਹੁੰਦਾ, ਐਕਸੈਪਟ ਫॉर द ਫੈਕਟ ਕਿ ਇੰਨਾ ਚ ਹੀ ਕਿਸੇ ਲੀਡਰ ਨੇ ਪੰਜਾਬ ਚਲਾਉਣਾ ਹੈਗਾ। ਅਗਰ ਉਹ ਗੱਲ ਨਹੀਂ ਹੁੰਦੀ ਕਿ ਕਿਸੇ ਨੇ ਪੰਜਾਬ ਦੀ ਲੀਡਰਸ਼ਿਪ ਕਰਨੀ ਹੈਗੀ ਹੈ, ਤੇ ਇਹਨਾਂ ਤੋਂ ਦੇਖ ਕੇ ਬੈਠ ਕੇ ਹੀ ਲੱਗਦਾ ਤਮਾਸ਼ਾ ਚੱਲ ਰਿਹਾ, ਵੇਖੀ ਜਾਈਏ, ਹੱਸ ਲਈਏ ਥੋੜੀ ਦੇਰ। ਬਟ ਮਸਲਾ ਸੀਰੀਅਸ ਹੈਗਾ ਹੈ, ਤੇ ਜਿਸ ਕੰਮ ਲਈ ਇਹ ਲੜ ਰਹੇ ਹੈਗੇ, ਲੱਗਦਾ ਨਹੀਂ ਕਿ ਇਹਨਾਂ 'ਚ ਕੋਈ ਵੀ ਸੂਟਡ ਹੈਗਾ ਉਹ ਕੰਮ ਸਾਂਭਣ ਵਾਲਾ। ਆਪ ਨੂੰ ਨੁਕਸਾਨ ਹੋਏਗਾ ਕਿ ਹੁਣ ਤੱਕ ਸੀਐਮ ਫੇਸ ਡਿਕਲੇਅਰ ਨਾ ਕਰਨ ਦਾ? ਮੈਨੂੰ ਲੱਗਦਾ ਆਪ ਨੂੰ ਜਿੰਨਾ ਨੁਕਸਾਨ ਹੋਣਾ ਸੀਗਾ ਉਹ ਤੇ ਪਹਿਲਾਂ ਹੀ ਹੋ ਚੁੱਕਿਆ ਹੈਗਾ। ਆਪ ਦਾ ਕਿੰਨੀ ਹੋਲਡ ਰਹਿ ਗਈ ਹੈ ਪੰਜਾਬ 'ਚ, ਉਹਨਾਂ ਨੇ ਤੇ 4 ਸਾਲ ਦਾ ਨੁਕਸਾਨ ਕੀਤਾ ਹੈਗਾ, ਤੇ ਹੋਰ 3 ਮਹੀਨੇ ਨਹੀਂ ਵੀ ਲੀਡਰਸ਼ਿਪ ਲੱਭੀ ਤੇ ਉਹਦਾ ਕੋਈ ਫਰਕ ਨਹੀਂ ਪੈਣਾ। ਮੈਨੂੰ ਲੱਗਦਾ ਆਪ ਲਈ ਤਾਂ ਵੈਸੇ ਹੀ ਔਖਾ ਹੋਊਗਾ। ਭਗਵੰਤ ਚਲਾ ਪਾਉਣਗੇ ਆਪ ਨੂੰ? ਦੇਖੋ, ਇਹ ਕਹਿਣਾ ਤੇ ਔਖਾ ਹੈਗਾ,
ਪਹਿਲਾਂ ਵੀ ਇਹ ਡਾਊਟ ਸੀਗਾ ਕਿ ਭਗਵੰਤ ਦਾ ਆਪਣਾ ਲੋਕਲ ਹੋਲਡ ਹੈਗਾ ਹੈ, ਪਰ ਉਹਦੇ ਬਿਯੋਂਡ ਪੰਜਾਬ 'ਚ ਪੂਰੇ ਪੰਜਾਬ 'ਚ ਐਕਸੈਪਟੇਬਿਲਿਟੀ ਨਹੀਂ ਲੱਗਦੀ ਮੈਨੂੰ ਜਿੰਨੀ। ਆਖਰੀ ਸਵਾਲ ਸਰ ਮੇਰਾ, ਕਿਹੜਾ ਲੀਡਰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਨੁਹਾਰ ਬਦਲ ਸਕਦਾ? ਦਾਅਵੇ ਸਾਰੇ ਹੀ ਕਰਦੇ ਨੇ, ਸਾਰੀਆਂ ਪਾਰਟੀਆਂ ਕਰਦੇ ਕਿ ਅਸੀਂ ਚੇਂਜ ਲੈ ਕੇ ਆਵਾਂਗੇ ਪੰਜਾਬ ਦੇ, ਅਸੀਂ ਪੰਜਾਬ ਦੇ ਲੋਕਾਂ ਦੀ ਭਲਾਈ ਕਰਨ ਆ ਰਹੇ ਹਾਂ, ਗੱਲਾਂ ਸਾਰੇ ਹੀ ਕਰਦੇ ਆ, ਪਰ ਤੁਹਾਨੂੰ ਕੀ ਲੱਗਦਾ? ਦੇਖੋ, ਤੁਸੀਂ ਜਾਣ ਕੇ ਇਹੋ ਜਿਹਾ ਸਵਾਲ ਪੁੱਛਿਆ ਹੈਗਾ ਜਿਹਦਾ ਮੇਰੇ ਕੋਲ ਜਵਾਬ ਨਹੀਂ ਹੈ, ਕਿਸੇ ਦੇ ਕੋਲ ਜਵਾਬ ਨਹੀਂ ਹੈਗਾ। ਤੁਹਾਨੂੰ ਲੱਗਦਾ ਹੈ ਕੋਈ ਲੀਡਰ ਹੈਗਾ ਹੈ? ਨਹੀਂ, ਕੋਈ ਨਜ਼ਰ ਨਹੀਂ ਆ ਰਿਹਾ ਪੰਜਾਬ ਦੇ ਵਿੱਚ? ਨਹੀਂ ਆ ਰਿਹਾ। ਬਹੁਤ ਬਹੁਤ ਸ਼ੁਕਰੀਆ। ਸੋ ਸਾਡੇ ਨਾਲ ਕਾਰਵਾ ਮੈਗਜ਼ੀਨ ਦੇ ਪੋਲੀਟੀਕਲ ਐਡੀਟਰ ਹਰਿਤੋਜ ਸਿੰਘ ਬਲ ਜੀ ਮੌਜੂਦ ਸਨ। तमाम ਚੀਜ਼ਾਂ ਨੂੰ ਲੈ ਕੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ ਹੈ। ਬੇਸ਼ੱਕ ਸਮਾਂ ਘੱਟ ਸੀਗਾ, ਪਰ ਘੱਟ ਸਮੇਂ 'ਚ ਹੀ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਖੁੱਲ੍ਹ ਕੇ ਚਰਚਾ ਹੋਈ ਹੈ। तमाम ਚੀਜ਼ਾਂ ਨੂੰ ਲੈ ਕੇ ਪੰਜਾਬ ਦੀ ਤੇ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਦੇ ਨਾਲ। ਧੰਨਵਾਦ।